ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪ ਸਭ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਤੁਹਾਡਾ ਆਪਣਾ ਅਸ਼ੋਕ ਪਠੇਜਾ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਮਿਡਲ ਸਕੂਲ ਚੱਕਬੀੜ ਸਰਕਾਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਅੱਜ ਤੁਹਾਡੇ ਲਈ ਤੁਹਾਡੀ 7ਵੀਂ ਕਲਾਸ ਦੀ ਪਾਠ ਪੁਸਤਕ ਸਮਾਜਿਕ ਵਿਗਿਆਨ ਦੇ ਪਾਠ 14 ਮੁਗਲ ਸਾਮਰਾਜ ਦਾ ਭਾਗ ਦੂਸਰਾ ਲੈ ਕੇ ਹਾਜ਼ਰ ਹੋਇਆ ਹਾਂ। ਮੇਰੇ ਅੱਜ ਇਸ ਟੌਪਿਕ ਦਾ ਨਾਂ ਹੈ ਅਕਬਰ ਇੱਕ ਵਿਸ਼ੇਸ਼ ਅਧਿਐਨ। ਅਸੀਂ ਅੱਜ ਗੱਲ ਕਰਾਂਗੇ ਮੁਗਲ ਬਾਦਸ਼ਾਹ ਅਕਬਰ ਬਾਰੇ। ਅਕਬਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਕਬਰ ਕੌਣ ਸੀ, ਇਸ ਦੇ ਪੂਰਵਜ ਕੌਣ ਸਨ। ਅਕਬਰ ਬਾਬਰ ਦਾ ਪੋਤਾ ਅਤੇ ਹਿਮਾਯੂ ਦਾ ਬੇਟਾ ਸੀ। ਇਸ ਦੇ ਬਚਪਨ ਦਾ ਨਾਂ ਜਲਾਲੂਦੀਨ ਮੁਹੰਮਦ ਅਕਬਰ ਸੀ। ਅਕਬਰ ਦਾ ਜਨਮ 15 ਅਕਤੂਬਰ 1542 ਈਸਵੀ ਨੂੰ ਉਮਰਕੋਟ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿਖੇ ਹੈ, ਹੋਇਆ। ਅਕਬਰ ਦਾ ਪਿਤਾ ਨਸਰੂਦੀਨ ਹਮਾਯੂ ਅਤੇ ਦਾਦਾ ਮੁਹੰਮਦ ਬਾਬਰ ਸੀ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਬੱਚਿਆਂ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਇਤਿਹਾਸ ਦੇ ਵਿੱਚ ਕਿ ਉਹਨਾਂ ਮਿਤੀਆਂ ਨੂੰ ਯਾਦ ਕਰਨਾ, ਉਹਨਾਂ ਘਟਨਾਵਾਂ ਨੂੰ ਯਾਦ ਰੱਖਣਾ, ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਤੇ ਜਦੋਂ ਵਿਦਿਆਰਥੀ ਇਸ ਨੂੰ ਯਾਦ ਕਰਦੇ ਹਨ ਤਾਂ ਉਹ ਮਿਤੀਆਂ ਅੱਗੇ ਪਿੱਛੇ ਹੋ ਜਾਂਦੀਆਂ ਹਨ। ਇਸ ਲਈ ਇੱਕ ਛੋਟੀ ਜਿਹੀ ਉਦਾਹਰਨ ਦੇ ਰਾਹੀਂ ਇਤਿਹਾਸ ਵਿੱਚ ਮਿਤੀਆਂ ਨੂੰ ਯਾਦ ਰੱਖਣ ਲਈ ਇੱਕ ਨੁਕਤਾ ਆਪ ਜੀ ਦੀ ਨਜ਼ਰ ਹੈ। ਇੱਥੇ ਯਾਦ ਰੱਖਣ ਯੋਗ ਗੱਲ ਇਹ ਹੈ ਕਿ ਜਿਸ ਸਮੇਂ ਅਕਬਰ ਦਾ ਜਨਮ ਹੋਇਆ ਉਸ ਸਮੇਂ ਉਸਦਾ ਪਿਤਾ ਹਮਾਯੂ ਬਾਦਸ਼ਾਹ ਨਹੀਂ ਸੀ, ਕਿਉਂਕਿ ਸ਼ੇਰਸ਼ਾਹ ਸੂਰੀ ਨੇ 1540 ਈਸਵੀ ਵਿੱਚ ਹਮਾਯੂ ਨੂੰ ਹਰਾ ਕੇ ਉਸ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਸੀ। ਤਕਰੀਬਨ 15 ਸਾਲ ਹਮਾਯੂ ਦੇਸ਼ ਤੋਂ ਬਾਹਰ ਰਿਹਾ। 1555 ਈਸਵੀ ਵਿੱਚ ਹਮਾਯੂ ਦੁਬਾਰਾ ਬਾਦਸ਼ਾਹ ਬਣਿਆ ਅਤੇ 1 ਸਾਲ ਬਾਅਦ 1556 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਇਸ ਸਮੇਂ ਅਕਬਰ ਦੀ ਉਮਰ 14 ਸਾਲ ਦੀ ਸੀ। ਇਸ ਉਦਾਹਰਨ ਨੂੰ ਜੇਕਰ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੂੰਗਾ ਵੀ ਜਦੋਂ ਵੀ ਅਸੀਂ ਕਿਸੇ ਇਤਿਹਾਸ ਦੇ ਵਿੱਚ ਕਿਸੇ ਮਿਤੀ ਨੂੰ ਯਾਦ ਕਰਨਾ ਹੈ ਤਾਂ ਅਸੀਂ ਉਸ ਸਮੇਂ ਸਭ ਤੋਂ ਪਹਿਲੀ ਜਿਹੜੀ ਘਟਨਾ ਵਾਪਰਦੀ ਹੈ ਉਸ ਨੂੰ ਯਾਦ ਰੱਖਾਂਗੇ ਅਤੇ ਫਿਰ ਜੋ ਅਗਲੀ ਘਟਨਾ ਵਾਪਰੂਗੀ ਤਾਂ ਉਸ ਦਾ ਸਮਾਂ ਪਹਿਲੇ ਸਮੇਂ ਵਿੱਚੋਂ ਘਟਾ ਦੇਵਾਂਗੇ ਅਤੇ ਉਸ ਨੂੰ ਸਾਲਾਂ ਦੇ ਵਿੱਚ ਯਾਦ ਕਰਕੇ ਜਦੋਂ ਅਸੀਂ ਇਸੇ ਤਰ੍ਹਾਂ ਅੱਗੇ ਵਧਾਂਗੇ ਤਾਂ ਸਾਨੂੰ ਇਹ ਮਿਤੀਆਂ ਜਾਂ ਇਹ ਤਰੀਕਾਂ ਜਾਂ ਇਹ ਘਟਨਾਵਾਂ ਬੜੀ ਸੌਖੀ ਤਰ੍ਹਾਂ ਯਾਦ ਹੋ ਜਾਣਗੀਆਂ। ਆਓ ਦੇਖੀਏ। ਪਹਿਲੀ ਘਟਨਾ 15 ਅਕਤੂਬਰ 1942 ਦੀ ਹੈ, ਜਦੋਂ ਅਕਬਰ ਦਾ ਜਨਮ ਹੋਇਆ ਅਤੇ 1540 ਈਸਵੀ ਵਿੱਚ ਹਮਾਯੂ ਨੂੰ ਹਰਾ ਕੇ ਸ਼ੇਰਸ਼ਾਹ ਸੂਰੀ ਨੇ ਉਸ ਨੂੰ ਦੇਸ਼ 'ਚੋਂ ਬਾਹਰ ਕੱਢ ਦਿੱਤਾ। ਤਾਂ ਇਸ ਦਾ ਮਤਲਬ ਹੈ ਵੀ ਅਕਬਰ ਦਾ ਜਿਹੜਾ ਜਨਮ ਹੋਇਆ ਸੀਗਾ ਉਦੋਂ ਹਮਾਯੂ ਬਾਦਸ਼ਾਹ ਨਹੀਂ ਸੀ, ਕਿਉਂਕਿ ਇਸ ਦਾ ਜਨਮ 1942 'ਚ ਹੋਇਆ ਸੀ ਅਤੇ 1540 ਈਸਵੀ ਵਿੱਚ ਹਮਾਯੂ ਨੂੰ ਹਰਾ ਕੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ ਅਤੇ ਉਸ ਤੋਂ ਬਾਅਦ 15 ਸਾਲ ਹਮਾਯੂ ਦੇਸ਼ ਤੋਂ ਬਾਹਰ ਰਿਹਾ। ਮਤਲਬ ਕਿ 1540 ਦੇ ਵਿੱਚ ਅਸੀਂ ਜੇ 15 ਜੋੜੀਏ ਤਾਂ 1555 ਬਣਦਾ ਹੈ ਅਤੇ 1556 ਵਿੱਚ ਉਸ ਦੀ ਮੌਤ ਹੋ ਗਈ। ਹੁਣ ਜੇਕਰ ਅਸੀਂ ਅਕਬਰ ਦੀ ਮਿਤੀ ਦੇਖੀਏ 1542 ਅਤੇ ਉਸਦੇ ਫਾਦਰ ਦੀ ਮੌਤ 1556, ਜਦੋਂ 1556 ਵਿੱਚੋਂ ਅਸੀਂ 1542 ਘਟਾਵਾਂਗੇ ਤਾਂ ਇਹ 14 ਆਊਗਾ, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਸਮੇਂ ਅਕਬਰ ਦੀ ਉਮਰ 14 ਸਾਲ ਦੀ ਸੀ।
ਸੋ ਇਹ ਫਾਰਮੂਲਾ ਅਸੀਂ ਹਰ ਘਟਨਾਵਾਂ ਵਿੱਚ ਲਗਾ ਸਕਦੇ ਹਾਂ ਅਤੇ ਸਾਨੂੰ ਇਹ ਯਾਦ ਰੱਖਣ ਦੇ ਵਿੱਚ ਸਹਾਈ ਹੋਵੇਗਾ। ਅਸੀਂ ਅੱਗੇ ਗੱਲ ਕਰਾਂਗੇ ਅਕਬਰ ਦਾ ਅਕਬਰੀ ਯੁੱਗ। ਹੁਮਾਯੂੰ ਦੀ ਮੌਤ ਪਿੱਛੋਂ 14 ਫਰਵਰੀ 1556 ਈਸਵੀ ਨੂੰ ਬੈਰਮ ਖਾਨ ਨੇ ਅਕਬਰ ਨੂੰ ਕਲਾਨੌਰ, ਜੋ ਕਿ ਅੱਜ ਕੱਲ੍ਹ ਗੁਰਦਾਸਪੁਰ ਵਿਖੇ ਹੈ, ਮੁਗਲ ਰਾਜਗੱਦੀ 'ਤੇ ਬਿਠਾਇਆ। ਉਸ ਸਮੇਂ ਅਕਬਰ ਨਾਬਾਲਗ ਸੀ, ਕਿਉਂਕਿ ਉਸ ਦੀ ਉਮਰ ਸਿਰਫ 14 ਸਾਲ ਸੀ। ਬੈਰਮ ਖਾਨ, ਜੋ ਕਿ ਇੱਕ ਬਹੁਤ ਬਹਾਦਰ ਸੀ ਅਤੇ ਮੁਗਲ ਸਲਤਨਤ ਦਾ ਵਫ਼ਾਦਾਰ ਸੀ, ਉਸਨੂੰ ਹੁਮਾਯੂੰ ਦੇ ਸ਼ਾਸਨ ਵਿੱਚ ਸ਼ਾਸਨ ਚਲਾਉਣ ਦਾ ਅਨੁਭਵ ਸੀ। ਉਸਨੇ ਅਕਬਰ ਨੂੰ ਰਾਜਾ ਬਣਾ ਕੇ ਆਪਣੀ ਸਰਪ੍ਰਸਤੀ ਵਿੱਚ ਮੁਗਲ ਸ਼ਾਸਨ ਨੂੰ ਚਲਾਇਆ। ਅਕਬਰ ਦੇ ਕਾਲ ਨੂੰ ਮੁਗਲ ਕਾਲ ਦਾ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਹੈ, ਕਿਉਂਕਿ 49 ਸਾਲ ਦੇ ਇਸ ਲੰਮੇ ਸ਼ਾਸਨ ਕਾਲ ਵਿੱਚ ਅਕਬਰ ਨੇ ਜਿੱਥੇ ਇਸ ਦਾ ਯੁੱਧਾਂ ਰਾਹੀਂ ਖੇਤਰੀ ਵਿਸਥਾਰ ਕੀਤਾ, ਉੱਥੇ ਇੱਕ ਚੰਗੇ ਪ੍ਰਸ਼ਾਸਕ ਵਜੋਂ ਆਪਣੀ ਪਹਿਚਾਣ ਛੱਡੀ। ਇਸ ਦੇ ਰਾਜ ਵਿੱਚ ਸਾਰੇ ਹਿੰਦੂ ਮੁਸਲਿਮ ਇੱਕ ਸਮਾਨ ਸਮਝੇ ਜਾਂਦੇ ਸਨ, ਕਿਉਂਕਿ ਅਕਬਰ ਬਹੁਤ ਹੀ ਸੂਝਵਾਨ ਅਤੇ ਸਿਆਣਾ ਬਾਦਸ਼ਾਹ ਸੀ ਅਤੇ ਉਸਨੇ ਇਹ ਜਾਣ ਲਿਆ ਸੀ ਕਿ ਜੇਕਰ ਉਸਨੇ ਭਾਰਤ ਵਿੱਚ ਆਪਣੇ ਪੈਰ ਟਿਕਾਉਣੇ ਹਨ, ਆਪਣੇ ਰਾਜ ਨੂੰ ਵਧਾਉਣਾ ਹੈ, ਤਾਂ ਉਸਨੂੰ ਹਿੰਦੂਆਂ ਦੀ ਸਹਿਮਤੀ ਵੀ ਲੈਣੀ ਪਊਗੀ। ਇਸੇ ਲਈ ਉਸਨੇ ਦੋਵਾਂ ਧਰਮਾਂ ਦੇ ਵਿੱਚ ਫਰਕ ਨੂੰ ਮਿਟਾਉਣ ਲਈ ਇੱਕ ਨਵਾਂ ਧਰਮ ਦੀਨ-ਏ-ਇਲਾਹੀ ਚਲਾਇਆ। ਹਿੰਦੂਆਂ ਦੇ ਤੀਰਥ ਕਰ, ਜਿਸ ਨੂੰ ਜਜ਼ੀਆ ਕਰ ਵੀ ਕਿਹਾ ਜਾਂਦਾ ਸੀ, ਇਸ ਨੂੰ ਹਟਾ ਕੇ ਹਿੰਦੂਆਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ। ਜਜ਼ੀਆ ਕਰ ਉਹ ਕਰ ਸੀ ਜਦੋਂ ਹਿੰਦੂ ਲੋਕ ਆਪਣੇ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਸਨ, ਤਾਂ ਉਹਨਾਂ ਨੂੰ ਇਸ ਯਾਤਰਾ ਕਰਨ ਦੇ ਬਦਲੇ ਵਿੱਚ ਸਰਕਾਰ ਨੂੰ ਕੁਝ ਟੈਕਸ ਜਾਂ ਕਰ ਦੇਣਾ ਪੈਂਦਾ ਸੀ, ਜਿਸ ਨੂੰ ਬਹੁਤ ਬੁਰਾ ਸਮਝਦੇ ਸਨ ਅਤੇ ਆਪਣੇ ਧਰਮ ਦੀ ਹਿਤਕ ਸਮਝਦੇ ਸਨ। ਇਸ ਲਈ ਅਕਬਰ ਨੇ ਉਹਨਾਂ ਦੇ ਇਸ ਜਜ਼ੀਆ ਕਰ ਨੂੰ ਹਟਾ ਕੇ ਵਾਹ ਖੱਟੀ। ਇਸ ਤੋਂ ਬਾਅਦ ਉਸਨੇ ਰਾਜਪੂਤਾਂ ਨਾਲ ਆਪਣੇ ਪਰਿਵਾਰਕ ਰਿਸ਼ਤੇ ਗੰਢੇ। ਵਿਵਾਹਿਕ ਸੰਧੀਆਂ ਦੁਆਰਾ ਰਾਜਪੂਤ ਰਾਜਿਆਂ ਦੀਆਂ ਪੁੱਤਰੀਆਂ ਨਾਲ ਵਿਆਹ ਕਰਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਿਆ। ਅਕਬਰ ਯੋਧਾ ਬਾਈ ਇਸ ਦੀ ਇੱਕ ਵਿਸ਼ੇਸ਼ ਉਦਾਹਰਨ ਹੈ, ਕਿਉਂਕਿ ਉਸ ਸਮੇਂ ਅਕਬਰ ਦੇ ਜੋ ਵਿਰੋਧੀ ਸਨ ਉਹ ਸਿਰਫ ਰਾਜਪੂਤ ਹੀ ਸਨ ਅਤੇ ਉਹ ਅਲੱਗ-ਅਲੱਗ ਰਾਜਾਂ ਦੇ ਵਿੱਚ ਖਿਲਰੇ ਹੋਏ ਸਨ। ਅਕਬਰ ਨੇ ਇਹ ਜਾਣ ਲਿਆ ਸੀ ਜੇਕਰ ਉਸਨੇ ਆਪਣੇ ਰਾਜ ਨੂੰ ਹੋਰ ਵਧਾਉਣਾ ਹੈ ਤਾਂ ਉਸਨੂੰ ਰਾਜਪੂਤਾਂ ਦਾ ਸਾਥ ਚਾਹੀਦਾ ਹੈ। ਇਸ ਲਈ ਉਸਨੇ ਇਹ ਤਰੀਕਾ ਅਪਣਾਇਆ ਸੀ। ਵਿਵਾਹਿਕ ਸੰਧੀਆਂ ਦੁਆਰਾ ਉਸਨੇ ਰਾਜਪੂਤਾਂ ਨੂੰ ਪਿਆਰ ਨਾਲ, ਰਿਸ਼ਤਿਆਂ ਨਾਲ ਆਪਣੇ ਨਾਲ ਜੋੜਿਆ ਅਤੇ ਉਸਨੇ ਆਪਣਾ ਵਿਆਹ ਵੀ ਇੱਕ ਯੋਧਾ ਬਾਈ ਨਾਲ ਕਰਵਾ ਕੇ ਇਸ ਦੀ ਇੱਕ ਐਗਜ਼ਾਮਪਲ ਕਾਇਮ ਕੀਤੀ। ਅੱਗੇ ਚੱਲਦੇ ਹਾਂ। ਬਾਬਰ ਦੀ ਪਹਿਲੀ ਇਤਿਹਾਸਕ ਲੜਾਈ। ਬਾਬਰ ਜਦੋਂ 14 ਸਾਲ ਦਾ ਸੀ ਤਾਂ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਨੇ ਮੁਗਲ ਹਕੂਮਤ 'ਤੇ ਭਾਰੀ ਫੌਜ ਲੈ ਕੇ ਹਮਲਾ ਕੀਤਾ। ਹੇਮੂ ਦੇ ਮਨ ਵਿੱਚ ਸੀ ਕਿ ਅਕਬਰ ਬਾਲਕ ਹੈ ਅਤੇ ਉਸ ਨੂੰ ਹਰਾਉਣ ਦਾ ਸਹੀ ਮੌਕਾ ਹੈ ਅਤੇ ਉਹ ਭਾਰੀ ਫੌਜ ਲੈ ਕੇ ਪਾਣੀਪਤ ਦੇ ਮੈਦਾਨ ਵਿੱਚ ਆਇਆ। ਇੱਥੇ ਦੋਹਾਂ ਫੌਜਾਂ ਦਾ ਮੁਕਾਬਲਾ ਹੋਇਆ। ਅਕਬਰ ਦਾ ਸੈਨਾਪਤੀ ਬੈਰਮ ਖਾਂ ਸੀ, ਜੋ ਬਹੁਤ ਬਹਾਦਰੀ ਨਾਲ ਲੜਿਆ। ਉਸਨੇ ਇਹ ਲੜਾਈ ਜਿੱਤ ਕੇ ਅਕਬਰ ਦੇ ਰਾਜ ਦੀ ਨੀਂਹ ਰੱਖੀ। ਅਕਬਰ ਨੇ ਇਸ ਲੜਾਈ ਵਿੱਚ ਬਹੁਤ ਕੁਝ ਸਿੱਖਿਆ ਅਤੇ ਇਸ ਇਤਿਹਾਸਿਕ ਲੜਾਈ ਨੂੰ ਪਾਣੀਪਤ ਦੀ ਦੂਜੀ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਜਿੱਤ ਨਾਲ 14 ਸਾਲ ਦੇ
ਅਕਬਰ ਵਿੱਚ ਰਾਜਸੀ ਸੂਝ-ਬੂਝ ਪੈਦਾ ਹੋਈ ਅਤੇ ਉਸਨੇ 4 ਸਾਲ ਦੇ ਹੋਰ ਰਾਜਸੀ ਅਨੁਭਵ ਦੀ ਪ੍ਰਾਪਤੀ ਕਰਕੇ 1560 ਈਸਵੀ ਵਿੱਚ ਉਸਨੇ ਬੈਰਮ ਖਾਂ ਦੀ ਨਵਾਬਸ਼ਾਹੀ ਪਦਵੀ ਖਤਮ ਕੀਤੀ ਅਤੇ ਆਪਣੇ ਰਾਜ ਭਾਗ ਨੂੰ ਖੁਦ ਸੰਭਾਲ ਲਿਆ। ਅਕਬਰ ਭਾਵੇਂ ਅਨਪੜ੍ਹ ਬਾਦਸ਼ਾਹ ਸੀ, ਪਰ ਉਸ ਵਿੱਚ ਰਾਜਸੀ ਸੂਝ-ਬੂਝ ਬਹੁਤ ਸੀ। ਉਸਨੇ ਹਰ ਤਰੀਕੇ ਨਾਲ ਆਪਣੇ ਰਾਜ ਦਾ ਵਿਸਥਾਰ ਹੀ ਨਹੀਂ ਕੀਤਾ, ਸਗੋਂ ਆਪਣੇ ਰਾਜ ਪ੍ਰਬੰਧ ਨੂੰ ਵਧੀਆ ਢੰਗ ਨਾਲ ਚਲਾਇਆ ਅਤੇ ਮੁਗਲ ਕਾਲ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਹਰਮਨ ਪਿਆਰਾ ਬਾਦਸ਼ਾਹ ਬਣਿਆ। ਅੱਗੇ ਚੱਲਦੇ ਹੋਏ ਅਸੀਂ ਗੱਲ ਕਰਾਂਗੇ ਅਕਬਰ ਦੀਆਂ ਜਿੱਤਾਂ ਦੀ। ਪਾਣੀਪਤ ਦੀ ਦੂਜੀ ਲੜਾਈ ਤੋਂ ਬਿਨਾਂ ਅਕਬਰ ਨੇ ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ 'ਤੇ ਜਿੱਤ ਪ੍ਰਾਪਤ ਕੀਤੀ। ਗੁਜਰਾਤ ਅਤੇ ਬੰਗਾਲ 'ਤੇ ਜਿੱਤ ਨਾਲ ਉੱਤਰ ਤੋਂ ਲੈ ਕੇ ਪੱਛਮ ਤੱਕ ਉਸਦਾ ਰਾਜ ਹੋ ਗਿਆ ਸੀ, ਕਿਉਂਕਿ ਭਾਰਤ ਦੇ ਪੱਛਮ ਵਿੱਚ ਗੁਜਰਾਤ ਹੈ ਅਤੇ ਪੂਰਬ ਵਿੱਚ ਬੰਗਾਲ ਹੈ, ਅਤੇ ਉਸਨੇ ਇਹ ਸਾਰਾ ਏਰੀਆ ਜਿੱਤ ਕੇ ਆਪਣੇ ਰਾਜ ਵਿੱਚ ਮਿਲਾ ਲਿਆ ਸੀ। 1595 ਈਸਵੀ ਤੱਕ ਉਸਨੇ ਕਸ਼ਮੀਰ, ਸਿੰਧ, ਉੜੀਸਾ, ਮੱਧ ਭਾਰਤ ਅਤੇ ਕੰਧਾਰ 'ਤੇ ਵੀ ਜਿੱਤ ਪ੍ਰਾਪਤ ਕੀਤੀ। ਮਤਲਬ ਕਿ ਉਸਨੇ ਉੱਤਰ ਵਿੱਚ ਕਾਬਲ, ਪੱਛਮ ਵਿੱਚ ਕੱਛ ਗੁਜਰਾਤ ਤੱਕ, ਪੂਰਬ ਵਿੱਚ ਬੰਗਾਲ ਬਿਹਾਰ, ਮੱਧ ਵਿੱਚ ਕਟਕ ਭਾਵ ਕਿ ਭਾਰਤ ਦੇ ਅੱਧ ਤੋਂ ਜ਼ਿਆਦਾ ਹਿੱਸੇ 'ਤੇ ਅਧਿਕਾਰ ਕਰ ਲਿਆ ਸੀ। ਦੂਸਰਾ ਕਦਮ ਉਸਨੇ ਰਾਜਪੂਤਾਂ ਨਾਲ ਦੋਸਤਾਨਾ ਸੰਬੰਧ ਬਣਾਉਣ ਲਈ ਉਸਨੇ ਵਿਵਾਹਿਕ ਸੰਧੀਆਂ ਕਰਕੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਇਆ, ਅਤੇ ਇਸ ਤਰ੍ਹਾਂ ਉਹ ਭਾਰਤ ਦੇ ਵੱਡੇ ਹਿੱਸੇ ਦਾ ਇੱਕ ਸ਼ਕਤੀਸ਼ਾਲੀ ਅਤੇ ਅਜਿੱਤ ਬਾਦਸ਼ਾਹ ਬਣੇ। ਇਹ ਜੋ ਸਲਾਈਡ ਤੁਸੀਂ ਦੇਖ ਰਹੇ ਹੋ, ਇਹ ਅਕਬਰ ਦੇ ਸਮੇਂ ਮੁਗਲ ਸਾਮਰਾਜ ਦੀ ਹੈ। ਇਸ ਵਿੱਚ ਜੋ ਹਲਕਾ ਪੀਲਾ ਭਾਗ ਦਿਖਾਈ ਦੇ ਰਿਹਾ ਹੈ, ਇਹ ਅਕਬਰ ਦੇ ਰਾਜ ਨੂੰ ਦਰਸਾਉਂਦਾ ਹੈ ਅਤੇ ਉਸ ਦੀਆਂ ਸੀਮਾਵਾਂ ਨੂੰ, ਆਓ ਇਸ ਨੂੰ ਜ਼ੂਮ ਕਰਕੇ ਦੇਖਦੇ ਹਾਂ। ਉੱਤਰ ਦੇ ਵਿੱਚ ਕਾਬਲ, ਉਸ ਤੋਂ ਬਾਅਦ ਕਸ਼ਮੀਰ, ਆਗਰਾ, ਦਿੱਲੀ, ਅਵਧ, ਬਿਹਾਰ, ਬੰਗਾਲ, ਗੋਂਡਵਾਨਾ, ਬੀਅਰ, ਮਾਲਵਾ, ਗੁਜਰਾਤ, ਥਾਣਾ, ਮੱਧ ਦੇ ਵਿੱਚ ਰਾਜਪੂਤਾਨਾ, ਇਹ ਸਾਰੇ ਪ੍ਰਦੇਸ਼ਾਂ 'ਤੇ ਕਬਜ਼ਾ ਕਰਕੇ ਉਸਨੇ ਇੱਕ ਵਿਸ਼ਾਲ ਮੁਗਲ ਸਾਮਰਾਜ ਨੂੰ ਆਪਣੇ ਅਧਿਕਾਰ ਵਿੱਚ ਲਿਆ। ਹੁਣ ਜਿੰਨਾ ਕੁ ਆਪਾਂ ਇਹ ਲੈਸਨ ਪੜ੍ਹਿਆ ਹੈ, ਤੁਸੀਂ ਇਸ ਨੂੰ ਸਮਝਿਆ ਹੋਵੇਗਾ ਅਤੇ ਉਸ ਸਮਝ ਨੂੰ ਪਰਖਣ ਲਈ ਤੁਹਾਨੂੰ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੇਣੇ, ਅਤੇ ਆਓ ਆਪਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਈਏ। ਅਕਬਰ ਦਾ ਪੂਰਾ ਨਾਂ ਕੀ ਸੀ? ਅਕਬਰ ਦਾ ਪੂਰਾ ਨਾਂ ਜਲਾਲੂਦੀਨ ਮੁਹੰਮਦ ਅਕਬਰ ਸੀ। ਅਕਬਰ ਦਾ ਜਨਮ ਕਦੋਂ ਹੋਇਆ? ਬੇਟਾ ਯਾਦ ਕਰੋ, ਅਕਬਰ ਦਾ ਜਨਮ ਕਦੋਂ ਹੋਇਆ? 15 ਅਕਤੂਬਰ 1542 ਨੂੰ। ਅਗਲਾ ਪ੍ਰਸ਼ਨ ਹੈ, ਰਾਜਗੱਦੀ 'ਤੇ ਬੈਠਣ ਸਮੇਂ ਅਕਬਰ ਦੀ ਉਮਰ ਕਿੰਨੀ ਸੀ? 14 ਸਾਲ ਦੀ। ਅਗਲਾ ਪ੍ਰਸ਼ਨ, ਅਕਬਰ ਨੂੰ ਰਾਜਗੱਦੀ 'ਤੇ ਕਿਸ ਨੇ ਬਿਠਾਇਆ? ਉੱਤਰ ਹੈ ਬੈਰਮ ਖਾਂ। ਅਗਲਾ ਪ੍ਰਸ਼ਨ, ਬੈਰਮ ਖਾਂ ਕੌਣ ਸੀ? ਤਾਂ ਇਸ ਦਾ ਉੱਤਰ ਹੈ
ਬੈਰਮ ਖਾਂ ਅਕਬਰ ਦਾ ਸੈਨਾਪਤੀ ਅਤੇ ਸਰਪ੍ਰਸਤ ਸੀ। ਅਕਬਰ ਨੇ ਕਿਹੜਾ ਨਵਾਂ ਧਰਮ ਚਲਾਇਆ? ਪਿੱਛੇ ਆਪਾਂ ਪੜ੍ਹਿਆ ਹੈ ਤੇ ਇਸ ਦਾ ਉੱਤਰ ਹੈ ਦੀਨ ਏ ਇਲਾਹੀ। ਸੋ ਇਹ ਸਨ ਕੁਐਸਚਨ। ਹੁਣ ਥੋੜ੍ਹੇ ਜਿਹੇ ਹੋਰ ਪ੍ਰਸ਼ਨ ਜਿਨ੍ਹਾਂ ਦੇ ਤੁਸੀਂ ਉੱਤਰ ਦੇਣੇ ਹਨ। ਅਕਬਰ ਨੇ ਆਪਣੀ ਪਹਿਲੀ ਇਤਿਹਾਸਕ ਲੜਾਈ ਕਦੋਂ ਅਤੇ ਕਿੱਥੇ ਲੜੀ? ਅਕਬਰ ਨੇ ਆਪਣੀ ਪਹਿਲੀ ਇਤਿਹਾਸਕ ਲੜਾਈ 1556 ਈਸਵੀ ਵਿੱਚ ਪਾਣੀਪਤ ਵਿਖੇ ਲੜੀ। ਅਗਲਾ ਪ੍ਰਸ਼ਨ, ਪਾਣੀਪਤ ਦੀ ਦੂਸਰੀ ਲੜਾਈ ਕਿਸ ਵਿਚਕਾਰ ਲੜੀ ਗਈ? ਹਾਂ ਬੱਚੋ, ਪਾਣੀਪਤ ਦੀ ਦੂਜੀ ਲੜਾਈ ਅਫਗਾਨਿਸਤਾਨ ਦੇ ਸੈਨਾਪਤੀ ਹੇਮੂ ਅਤੇ ਅਕਬਰ ਵਿਚਕਾਰ ਲੜੀ ਗਈ। ਅਗਲਾ ਕੁਐਸਚਨ ਹੈ, ਕਸ਼ਮੀਰ, ਸਿੰਧ, ਉੜੀਸਾ, ਮੱਧ ਭਾਰਤ, ਕੰਧਾਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ? ਤਾਂ ਇਸ ਦਾ ਉੱਤਰ ਹੈ 1595 ਵਿੱਚ। ਅਗਲਾ ਕੁਐਸਚਨ, ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਦਾ ਸੈਨਾਪਤੀ ਕੌਣ ਸੀ? ਕਿਉਂਕਿ ਤੈਨੂੰ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਉਸ ਸਮੇਂ ਅਕਬਰ ਨਾਬਾਲਗ ਸੀ ਅਤੇ ਉਸ ਦਾ ਸੈਨਾਪਤੀ ਸੀ ਬੈਰਮ ਖਾਂ। ਅਗਲਾ ਪ੍ਰਸ਼ਨ ਹੈ, ਅਕਬਰ ਨੇ ਰਾਜਪੂਤਾਂ ਨਾਲ ਆਪਣੇ ਸੰਬੰਧ ਕਿਵੇਂ ਜੋੜੇ? ਬਹੁਤ ਹੀ ਵਧੀਆ ਕੁਐਸਚਨ ਹੈ। ਅਕਬਰ ਨੇ ਰਾਜਪੂਤਾਂ ਨਾਲ ਸੰਬੰਧ ਵਿਆਹਿਕ ਸੰਧੀਆਂ ਕਰਕੇ ਜੋੜੇ। ਅਗਲਾ ਪ੍ਰਸ਼ਨ ਹੈ, 1560 ਵਿੱਚ ਬੈਰਮ ਖਾਂ ਦੀ ਕਿਸ ਉਪਾਧੀ ਨੂੰ ਖਤਮ ਕੀਤਾ ਗਿਆ? ਤਾਂ ਉੱਤਰ ਹੈ ਨਵਾਬਸ਼ਾਹੀ ਉਪਾਧੀ ਨੂੰ। ਆਓ ਹੁਣ ਆਪਾਂ ਅੱਗੇ ਚੱਲੀਏ। ਹੁਣ ਗੱਲ ਕਰਾਂਗੇ ਅਸੀਂ ਅਕਬਰ ਦੇ ਸ਼ਾਸਨ ਪ੍ਰਬੰਧ ਦੀ। ਅਕਬਰ ਤੋਂ ਪਹਿਲਾਂ ਜੋ ਵੀ ਬਾਦਸ਼ਾਹ ਹੋਏ ਉਹਨਾਂ ਦਾ ਕਾਰਜਕਾਲ ਬਹੁਤ ਘੱਟ ਸੀ। ਦੂਸਰੀ ਗੱਲ, ਉਹਨਾਂ ਦੇ ਸ਼ਾਸਨ ਕਾਲ ਵਿੱਚ ਉਥਲ ਪੁਥਲ ਬਹੁਤ ਜ਼ਿਆਦਾ ਰਹੀ ਅਤੇ ਜੇਕਰ ਅਸੀਂ ਇਹ ਕਹਿ ਸਕਦੇ ਹਾਂ ਕਿ ਮੁਗਲ ਸ਼ਾਸਨ ਪ੍ਰਬੰਧ ਦਾ ਜਿਹੜਾ ਅਸਲੀ ਨਿਰਮਾਤਾ ਉਹ ਅਕਬਰ ਨੂੰ ਹੀ ਕਿਹਾ ਜਾਂਦਾ ਹੈ। ਅਕਬਰ ਨੇ ਇੱਕ ਬਹੁਤ ਵਧੀਆ ਸ਼ਾਸਨ ਪ੍ਰਬੰਧ ਦੀ ਨੀਂਹ ਰੱਖੀ ਅਤੇ ਆਪਣੇ ਆਉਣ ਵਾਲੇ ਵੰਸ਼ਜਾਂ ਲਈ ਇੱਕ ਵਧੀਆ ਸ਼ਾਸਨ ਪ੍ਰਬੰਧ ਦਾ ਨਮੂਨਾ ਪੇਸ਼ ਕੀਤਾ। ਇਸ ਸ਼ਾਸਨ ਪ੍ਰਬੰਧ ਦੀ ਪਹਿਲੀ ਕੜੀ ਦੇ ਵਿੱਚ ਸਭ ਤੋਂ ਪਹਿਲਾਂ ਰਾਜਾ ਆਉਂਦਾ ਸੀ। ਰਾਜਾ ਸਿਵਲ ਅਤੇ ਸੈਨਿਕ ਸ਼ਾਸਨ ਪ੍ਰਬੰਧ ਦਾ ਮੁਖੀ ਹੁੰਦਾ ਸੀ। ਉਸਨੇ ਆਪਣੀ ਸਹਾਇਤਾ ਦੇ ਲਈ ਬਹੁਤ ਸਾਰੇ ਮੰਤਰੀ ਨਿਯਤ ਕੀਤੇ ਸਨ, ਜਿਨ੍ਹਾਂ ਨੂੰ ਅਸੀਂ ਮੰਤਰੀ ਮੰਡਲ ਵੀ ਕਹਿ ਸਕਦੇ ਹਾਂ। ਉਹਨਾਂ ਮੰਤਰੀਆਂ ਦੇ ਵਿੱਚੋਂ ਪ੍ਰਮੁੱਖ ਮੰਤਰੀ ਇਹ ਸਨ, ਵਕੀਲ, ਦੀਵਾਨੇ ਆਲਾ, ਮੀਰ ਬਖਸ਼ੀ, ਸਦਰ ਸਦੂਰ, ਫੌਜਦਾਰ, ਕੋਤਵਾਲ। ਆਓ ਅੱਗੇ ਇਹਨਾਂ ਦੇ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਪ੍ਰਮੁੱਖ ਮੰਤਰੀਆਂ ਦੇ ਕੰਮ। ਵਕੀਲ। ਵਕੀਲ ਜਾਂ ਵਜ਼ੀਰ ਰਾਜੇ ਦਾ ਮੁੱਖ ਸਲਾਹਕਾਰ ਹੁੰਦਾ ਸੀ। ਰਾਜੇ ਤੋਂ ਬਾਅਦ ਅਹੁਦੇ ਵਿੱਚ ਵਕੀਲ ਦਾ ਨੰਬਰ ਆਉਂਦਾ ਸੀ। ਅੱਜ ਦੇ ਸਮੇਂ ਅਨੁਸਾਰ ਜੇਕਰ ਅਸੀਂ ਉਸਦੀ ਤੁਲਨਾ ਕਰੀਏ ਤਾਂ ਉਸਨੂੰ ਉਸ ਸਮੇਂ ਦਾ ਪ੍ਰਧਾਨ ਮੰਤਰੀ ਵੀ ਕਹਿ ਸਕਦੇ ਸਾਂ। ਉਸ ਤੋਂ ਬਾਅਦ ਹੈ ਦੀਵਾਨ ਏ ਆਲਾ। ਮੁਗਲ ਸ਼ਾਸਨ ਦਾ ਵਿੱਤ ਮੰਤਰੀ ਵੀ ਕਹਿ ਸਕਦੇ ਹਾਂ। ਉਹ ਰਾਜ ਦੇ ਆਮਦਨ ਖਰਚ ਦਾ ਸਾਰਾ ਹਿਸਾਬ ਕਿਤਾਬ ਰੱਖਣ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ। ਤੀਸਰਾ ਹੈ ਮੀਰ ਬਖਸ਼ੀ। ਇਹ ਰਾਜ ਦੀ ਫੌਜ ਦਾ ਆਲਾ ਅਫਸਰ ਹੁੰਦਾ ਸੀ, ਜਸੂਸੀ ਵਿਭਾਗ ਦਾ ਮੁਖੀ। ਅਤੇ ਜੇਕਰ ਇਸਨੂੰ ਅੱਜ ਦੇ ਸਮੇਂ ਅਨੁਸਾਰ ਕਿਹਾ ਜਾਵੇ ਤਾਂ ਉਸਨੂੰ ਅਸੀਂ
ਉਸ ਸਮੇਂ ਦਾ ਰੱਖਿਆ ਮੰਤਰੀ ਵੀ ਕਹਿ ਸਕਦੇ ਹਾਂ। ਅੱਗੇ ਚੱਲਦੇ ਹੋਏ, ਸਦਰ ਏ ਸਦੂਰ ਰਾਜ ਦਾ ਮੁੱਖ ਨਿਆਂ ਮੰਤਰੀ, ਮੁੱਖ ਕਾਜੀ, ਧਾਰਮਿਕ ਕੰਮਾਂ ਦਾ ਪ੍ਰਮੁੱਖ ਸਲਾਹਕਾਰ ਹੁੰਦਾ ਸੀ। ਰਾਜਾ ਜਦੋਂ ਵੀ ਕੋਈ ਧਾਰਮਿਕ ਫੈਸਲਾ ਲੈਂਦਾ ਸੀ ਤਾਂ ਉਸ ਵਿੱਚ ਸਦਰ ਏ ਸਦੂਰ ਦੀ ਸਲਾਹ ਜ਼ਰੂਰ ਲੈਂਦਾ ਸੀ। ਅੱਗੇ ਹੈ ਫੌਜਦਾਰ। ਪੂਰੇ ਰਾਜ ਦੀ ਕਾਨੂੰਨ ਵਿਵਸਥਾ ਦਾ ਮੁਖੀ ਮੁਗਲ ਰਾਜ ਦੀ ਪੁਲਿਸ ਇਸ ਦੇ ਅਧੀਨ ਹੁੰਦੀ ਸੀ। ਪੂਰੇ ਰਾਜ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਇਸ ਦੀ ਪ੍ਰਮੁੱਖ ਜ਼ਿੰਮੇਵਾਰੀ ਹੁੰਦੀ ਸੀ। ਅੱਗੇ ਚੱਲਦੇ ਹੋਏ, ਅੱਗੇ ਹੈ ਕੋਤਵਾਲ। ਕੋਤਵਾਲ ਸ਼ਹਿਰੀ ਖੇਤਰਾਂ ਵਿੱਚ ਪੁਲਿਸ ਦਾ ਮੁਖੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਕੋਤਵਾਲ ਦੀ ਹੁੰਦੀ ਸੀ। ਫੌਜਦਾਰ ਅਤੇ ਕੋਤਵਾਲ ਦੇ ਵਿੱਚ ਫਰਕ ਇਹ ਹੈ ਕਿ ਫੌਜਦਾਰ ਪੂਰੇ ਰਾਜ ਦੇ ਕਾਨੂੰਨ ਦੀ ਵਿਵਸਥਾ ਦਾ ਮੁਖੀ ਸੀ ਅਤੇ ਕੋਤਵਾਲ ਸ਼ਹਿਰੀ ਖੇਤਰਾਂ ਵਿੱਚ ਪੁਲਿਸ ਦਾ ਮੁਖੀ ਹੁੰਦਾ ਸੀ। ਅੱਗੇ ਚੱਲਦੇ ਹੋਏ, ਇਹ ਸੀ ਇਸਦਾ ਕੇਂਦਰੀ ਸ਼ਾਸਨ ਪ੍ਰਬੰਧ ਤੇ ਹੁਣ ਅਸੀਂ ਗੱਲ ਕਰਾਂਗੇ ਉਸਦੇ ਪ੍ਰਾਂਤਕ ਸ਼ਾਸਨ ਪ੍ਰਬੰਧ ਦੀ। ਮੁਗਲ ਸਾਮਰਾਜ ਨੂੰ 15 ਪ੍ਰਾਂਤਾਂ ਜਾਂ ਸੂਬਿਆਂ ਵਿੱਚ ਵੰਡਿਆ ਗਿਆ ਸੀ। ਪ੍ਰਾਂਤਕ ਪ੍ਰਬੰਧ ਦੇ ਜਿਹੜੇ ਪ੍ਰਮੁੱਖ ਅਧਿਕਾਰੀ ਸਨ, ਸੂਬੇਦਾਰ, ਦੀਵਾਨ, ਬਖਸ਼ੀ, ਸਦਰ, ਵਾਕਿਆ ਨਵੀਸ, ਕੋਤਵਾਲ। ਆਓ ਇਹਨਾਂ ਦੇ ਕੰਮਾਂ ਬਾਰੇ ਗੱਲ ਕਰੀਏ। ਸੂਬੇਦਾਰ ਪ੍ਰਾਂਤ ਦਾ ਮੁਖੀ ਹੁੰਦਾ ਸੀ। ਜੇਕਰ ਅਸੀਂ ਇਹਨੂੰ ਅੱਜ ਦੇ ਸਮੇਂ ਅਨੁਸਾਰ ਤੁਲਨਾ ਕਰੀਏ ਤਾਂ ਅਸੀਂ ਉਸ ਸਮੇਂ ਦਾ ਮੁੱਖ ਮੰਤਰੀ ਕਹਿ ਸਕਦੇ ਹਾਂ। ਦੀਵਾਨ ਪ੍ਰਾਂਤ ਦੇ ਵਿੱਤ ਵਿਭਾਗ ਦਾ ਮੁਖੀ। ਮੀਰ ਬਖਸ਼ੀ ਪ੍ਰਾਂਤ ਦੇ ਸੈਨਿਕ ਪ੍ਰਬੰਧ ਦੀ ਦੇਖਭਾਲ ਕਰਦਾ ਸੀ, ਘੋੜਿਆਂ ਨੂੰ ਦਾਗਣ ਦਾ ਪ੍ਰਬੰਧ ਕਰਦਾ ਸੀ। ਸਦਰ ਪ੍ਰਾਂਤ ਦੇ ਸੰਤਾਂ, ਮਹਾਤਮਾ ਅਤੇ ਪੀਰਾਂ ਫਕੀਰਾਂ ਦਾ ਵੇਰਵਾ ਤਿਆਰ ਕਰਦਾ ਸੀ। ਵਾਕਿਆ ਨਵੀਸ ਉਹ ਜਸੂਸੀ ਵਿਭਾਗ ਦਾ ਮੁਖੀ ਸੀ। ਪ੍ਰਾਂਤ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਰੱਖਦਾ ਸੀ। ਕੋਤਵਾਲ ਉਹ ਪੁਲਿਸ ਅਧਿਕਾਰੀ ਹੁੰਦਾ ਸੀ। ਮੁੱਖ ਕੰਮ ਸ਼ਹਿਰ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਪਹਿਰੇਦਾਰੀ ਕਰਨਾ ਸੀ। ਹੁਣ ਆਪਾਂ ਜੋ ਅਸੀਂ ਪੜ੍ਹਿਆ ਹੈ ਉਸ ਨੂੰ ਪਰਖਣ ਦਾ ਸਮਾਂ ਹੈ ਤੇ ਤੁਸੀਂ ਜੋ ਵੀ ਕਥਨ ਗਲਤ ਜਾਂ ਠੀਕ ਹਨ ਉਹਨਾਂ ਬਾਰੇ ਦੱਸਣਾ ਹੈ। ਮੁਗਲ ਸ਼ਾਸਨ ਪ੍ਰਬੰਧ ਦਾ ਅਸਲੀ ਨਿਰਮਾਤਾ ਅਕਬਰ ਸੀ। ਇਹ ਕਥਨ ਸਹੀ ਹੈ ਜਾਂ ਗਲਤ? ਇਹ ਕਥਨ ਸਹੀ ਹੈ। ਅਗਲਾ ਪ੍ਰਸ਼ਨ, ਸਿਵਲ ਅਤੇ ਸੈਨਿਕ ਸ਼ਾਸਨ ਪ੍ਰਬੰਧ ਦਾ ਮੁਖੀ ਸੂਬੇਦਾਰ ਹੁੰਦਾ ਸੀ। ਇਹ ਕਥਨ ਵੀ ਸਹੀ ਹੈ ਜਾਂ ਗਲਤ? ਇਹ ਕਥਨ ਗਲਤ ਹੈ। ਅਗਲਾ ਕਥਨ, ਵਕੀਲ, ਦੀਵਾਨ ਏ ਆਜ਼ਮ, ਮੀਰ ਬਖਸ਼ੀ, ਕੋਤਵਾਲ ਰਾਜਾਂ ਦੇ ਮੰਤਰੀ ਸਨ। ਇਹ ਕਥਨ ਸਹੀ ਹੈ। ਅਗਲਾ ਕਥਨ ਸਹੀ ਮਿਲਾਨ ਕਰਨਾ ਹੈ। ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਇਹ ਜੋ ਸੱਜੇ ਅਤੇ ਖੱਬੇ ਪਾਸੇ ਇਹਨਾਂ ਨੂੰ ਸਹੀ ਦੇਖ ਕੇ ਉਹਨਾਂ ਸਾਹਮਣੇ ਜੋੜਨਾ ਹੈ। ਦੀਵਾਨ ਪ੍ਰਾਂਤ ਦਾ ਮੁਖੀ। ਸੂਬੇਦਾਰ ਪ੍ਰਾਂਤ ਦਾ ਮੁਖੀ। ਦੀਵਾਨ ਆਮਦਨ ਅਤੇ ਖਰਚ ਵਿਭਾਗ। ਬਖਸ਼ੀ ਸੈਨਿਕ ਪ੍ਰਬੰਧ ਦੀ ਦੇਖਭਾਲ। ਸਦਰ ਸੰਤਾਂ, ਮਹਾਤਮਾ ਅਤੇ ਪੀਰਾਂ ਫਕੀਰਾਂ ਦਾ ਵੇਰਵਾ। ਵਾਕਿਆ ਨਵੀਸ ਜਸੂਸੀ ਵਿਭਾਗ ਦਾ ਮੁਖੀ। ਕੋਤਵਾਲ ਪੁਲਿਸ ਅਧਿਕਾਰੀ। ਇਹ ਸਨ ਸਹੀ ਮਿਲਾਨ। ਆਓ ਅੱਗੇ ਚੱਲੀਏ। ਹੁਣ ਅਸੀਂ ਗੱਲ ਕਰਾਂਗੇ ਸਥਾਨਕ ਸ਼ਾਸਨ ਪ੍ਰਬੰਧ ਦੀ। ਪ੍ਰਾਂਤਾਂ ਨੂੰ ਸਰਕਾਰਾਂ ਜਾਂ ਜ਼ਿਲ੍ਹਿਆਂ, ਪਰਗਣਿਆਂ ਅਤੇ ਪਿੰਡਾਂ ਵਿੱਚ ਵੰਡਿਆ ਗਿਆ ਸੀ ਅਤੇ ਸਰਕਾਰ ਦੀ ਸਭ ਤੋਂ ਵੱਡੀ ਤਾਕਤ ਉਸਦਾ ਟੈਕਸ ਹੁੰਦਾ ਹੈ, ਲਗਾਨ ਪ੍ਰਣਾਲੀ ਹੁੰਦੀ ਹੈ। ਭੂਮੀ
ਲਗਾਨ ਆਮਦਨ ਦਾ ਮੁੱਖ ਸਰੋਤ ਸੀ। ਲਗਾਨ ਮੰਤਰੀ ਰਾਜਾ ਟੋਡਰਮਲ ਸੀ, ਜੋ ਕਿ ਇੱਕ ਹਿੰਦੂ ਸੀ। ਇਹ ਅਕਬਰ ਦੀ ਇੱਕ ਖਾਸ ਵਿਸ਼ੇਸ਼ਤਾ ਸੀ ਕਿ ਉਸਦੇ ਰਾਜ ਵਿੱਚ ਹਿੰਦੂਆਂ ਨੂੰ ਵੀ ਉਨੀ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ ਜਿੰਨੀ ਕਿ ਮੁਸਲਮਾਨਾਂ ਨੂੰ। ਭੂਮੀ ਦੀ ਮਿਣਤੀ ਵਿਘਿਆਂ ਵਿੱਚ ਸੀ। ਵਿਘੇ ਜ਼ਮੀਨ ਮਾਪਣ ਦੀ ਇੱਕ ਇਕਾਈ ਸੀ। ਭੂਮੀ ਦੀ ਦਰਜਾਬੰਦੀ ਹੇਠ ਲਿਖੇ 4 ਭਾਗਾਂ ਰਾਹੀਂ ਹੁੰਦੀ ਸੀ। ਪੋਲਜ ਭੂਮੀ, ਉਪਜਾਊ ਭੂਮੀ ਜਿਸ ਵਿੱਚ ਕਿਸੇ ਸਮੇਂ ਕੋਈ ਵੀ ਫਸਲ ਬੀਜੀ ਜਾ ਸਕਦੀ ਹੈ। ਪਰੌਤੀ ਭੂਮੀ, ਇਸ ਵਿੱਚ 1 ਜਾਂ 2 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਹੈ। ਛੱਛਰ ਭੂਮੀ, ਇਸ ਵਿੱਚ 3 ਜਾਂ 4 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਹੈ। ਬੰਜਰ ਭੂਮੀ, ਇਸ ਵਿੱਚ 5 ਜਾਂ 6 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਹੈ। ਤੇ ਇਹਨਾਂ ਕਿਸਮਾਂ ਦੇ ਆਧਾਰ 'ਤੇ ਹੀ ਭੂਮੀ ਲਗਾਨ ਦੀ ਦਰ ਨਿਸ਼ਚਿਤ ਹੁੰਦੀ ਸੀ। ਪੋਲਜ ਅਤੇ ਪਰੌਤੀ ਕਿਸਮ ਦੀ ਭੂਮੀ ਤੋਂ 1/3 ਹਿੱਸਾ ਲਗਾਨ ਲਿਆ ਜਾਂਦਾ ਸੀ। ਛੱਛਰ ਭੂਮੀ ਅਤੇ ਬੰਜਰ ਭੂਮੀ ਤੋਂ ਬਹੁਤ ਘੱਟ ਹਿੱਸਾ ਲਗਾਨ ਲਿਆ ਜਾਂਦਾ ਸੀ। ਕਨਕੂਤ ਪ੍ਰਣਾਲੀ, ਇਸ ਵਿੱਚ ਖੜੀ ਫਸਲ ਦਾ ਅੰਦਾਜ਼ਾ ਲਗਾ ਕੇ ਉਸ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ। ਬਟਾਈ ਪ੍ਰਣਾਲੀ, ਇਸ ਵਿੱਚ ਜਦੋਂ ਫਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ 3 ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ ਸਰਕਾਰ ਲਗਾਨ ਦੇ ਰੂਪ ਵਿੱਚ ਲੈਂਦੀ ਸੀ। ਨਸਕ ਪ੍ਰਣਾਲੀ, ਇਸ ਵਿੱਚ ਸਾਰੇ ਪਿੰਡ ਦੀ ਫਸਲ ਦਾ ਇਕੱਠਾ ਅੰਦਾਜ਼ਾ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ। ਗਲਤ ਠੀਕ ਦੇ ਰੂਪ ਵਿੱਚ ਉੱਤਰ ਦਿਓ। ਪ੍ਰਾਂਤਾਂ ਨੂੰ ਜ਼ਿਲ੍ਹਿਆਂ, ਪਰਗਨਿਆਂ ਅਤੇ ਪਿੰਡਾਂ ਵਿੱਚ ਵੰਡਿਆ ਗਿਆ ਸੀ। ਠੀਕ। ਭੂਮੀ ਲਗਾਨ ਆਮਦਨ ਦਾ ਮੁੱਖ ਸਰੋਤ ਨਹੀਂ ਸੀ। ਗਲਤ। ਲਗਾਨ ਮੰਤਰੀ ਤਾਨਸੇਨ ਸੀ। ਗਲਤ। ਭੂਮੀ ਮਿਣਤੀ ਵਿਘਿਆਂ ਵਿੱਚ ਹੁੰਦੀ ਸੀ। ਠੀਕ। ਪੋਲਜ ਭੂਮੀ ਉਪਜਾਊ ਭੂਮੀ ਨੂੰ ਕਹਿੰਦੇ ਸਨ। ਠੀਕ। ਪਰੌਤੀ ਭੂਮੀ ਵਿੱਚ ਫਸਲ 5 ਜਾਂ 4 ਸਾਲ ਬਾਅਦ ਬੀਜੀ ਜਾਂਦੀ ਸੀ। ਗਲਤ। ਛੱਛਰ ਭੂਮੀ ਵਿੱਚ 3 ਜਾਂ 4 ਸਾਲ ਬਾਅਦ ਫਸਲ ਬੀਜੀ ਜਾਂਦੀ ਸੀ। ਠੀਕ। ਬੰਜਰ ਭੂਮੀ ਵਿੱਚ ਫਸਲ 1 ਜਾਂ 2 ਸਾਲ ਬਾਅਦ ਬੀਜੀ ਜਾਂਦੀ ਸੀ। ਗਲਤ। ਅੱਗੇ ਹੈ ਮਨਸਬ ਦਾ ਪ੍ਰਣਾਲੀ। ਮਨਸਬ ਦਾ ਅਰਥ ਹੈ ਅਹੁਦਾ। ਜਿਵੇਂ ਜਿਵੇਂ ਮੁਗਲ ਸਾਮਰਾਜ ਦਾ ਵਿਸਥਾਰ ਹੋਇਆ ਤਾਂ ਮੁਗਲ ਸ਼ਾਸਕਾਂ ਨੂੰ ਵੇਖ ਕੇ ਵੱਖ-ਵੱਖ ਸਮੂਹਾਂ ਦੇ ਮੈਂਬਰਾਂ ਨੂੰ ਪ੍ਰਸ਼ਾਸਨ ਵਿੱਚ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਮਨਸਬਦਾਰ ਕਿਹਾ ਜਾਂਦਾ ਸੀ। ਇਸ ਅਨੁਸਾਰ ਕਰਮਚਾਰੀ ਦਾ ਅਹੁਦਾ, ਆਮਦਨ ਅਤੇ ਦਰਬਾਰ ਵਿੱਚ ਥਾਂ ਨਿਸ਼ਚਿਤ ਕੀਤੀ ਜਾਂਦੀ ਸੀ। ਮਨਸਬਦਾਰਾਂ ਦੀ ਨਿਯੁਕਤੀ ਮੀਰ ਬਖਸ਼ ਦੀ ਸਿਫਾਰਸ਼ ਤੇ ਮੁਗਲ ਸ਼ਾਸਕ ਵੱਲੋਂ ਕੀਤੀ ਜਾਂਦੀ ਸੀ। ਮਨਸਬਦਾਰਾਂ ਦਾ ਸੰਬੰਧ ਸਿਵਲ ਅਤੇ ਸੈਨਿਕ ਵਿਭਾਗ ਨਾਲ ਹੁੰਦਾ ਸੀ। ਮਨਸਬਦਾਰ ਹੇਠਲੇ ਅਹੁਦੇ ਤੋਂ ਭਰਤੀ ਹੋ ਕੇ ਉੱਪਰਲੇ ਅਹੁਦੇ ਤੱਕ ਤਰੱਕੀ ਕਰ ਲੈਂਦਾ ਸੀ, ਪਰ ਬਾਦਸ਼ਾਹ ਕੰਮ ਠੀਕ ਨਾ ਕਰਨ ਵਾਲੇ ਮਨਸਬਦਾਰਾਂ ਦਾ ਅਹੁਦਾ ਘਟਾ ਜਾਂ ਉਸ ਨੂੰ ਅਹੁਦੇ ਤੋਂ ਹਟਾ ਵੀ ਸਕਦਾ ਸੀ। ਮਨਸਬਦਾਰਾਂ ਦੀਆਂ 33 ਸ਼੍ਰੇਣੀਆਂ ਸਨ। ਸਭ ਤੋਂ ਛੋਟੇ ਮਨਸਬਦਾਰ ਦੇ ਅਧੀਨ 10 ਸਿਪਾਹੀ ਅਤੇ ਸਭ ਤੋਂ ਵੱਡੇ ਦੇ ਅਧੀਨ 10,000 ਸਿਪਾਹੀ ਹੁੰਦੇ ਸਨ। ਕਰਤੱਵ। ਬਾਦਸ਼ਾਹ ਮਨਸਬਦਾਰਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੰਮ ਲਗਾ ਸਕਦਾ ਸੀ। ਉਹਨਾਂ ਨੂੰ ਸ਼ਾਸਨ ਪ੍ਰਬੰਧ ਦੇ ਕਿਸੇ ਵੀ ਭਾਗ ਵਿੱਚ ਜਾਂ ਦਰਬਾਰ ਵਿੱਚ ਹਾਜ਼ਰ ਰਹਿਣ ਲਈ ਕਿਹਾ ਜਾ ਸਕਦਾ ਸੀ। ਤਨਖਾਹ। ਮਨਸਬਦਾਰਾਂ ਨੂੰ ਤਨਖਾਹ ਉਹਨਾਂ ਦੇ ਅਹੁਦਿਆਂ ਅਨੁਸਾਰ ਦਿੱਤੀ ਜਾਂਦੀ ਸੀ। ਤਨਖਾਹ ਵਿੱਚ ਕਟੌਤੀ ਜਾਂ ਵਾਧਾ ਵੀ ਕੀਤਾ ਜਾ ਸਕਦਾ ਸੀ। ਖਾਲੀ ਥਾਵਾਂ ਭਰਨੀਆਂ। ਪੋਲਜ ਅਤੇ ਪਰੌਤ ਕਿਸਮ ਦੀ ਭੂਮੀ ਤੋਂ ਲਗਾਨ ਲਿਆ ਜਾਂਦਾ। ਕਿੰਨਾ ਲਗਾਨ ਲਿਆ ਜਾਂਦਾ ਸੀ? ਬਹੁਤ 1/3। ਛੱਛਰ ਭੂਮੀ ਤੋਂ ਬਹੁਤ ਘੱਟ। ਕਨਕੂਤ ਪ੍ਰਣਾਲੀ ਵਿੱਚ ਖੜੀ ਫਸਲ ਦਾ ਅੰਦਾਜ਼ਾ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ। ਬਟਾਈ ਪ੍ਰਣਾਲੀ ਵਿੱਚ 1/3 ਹਿੱਸਾ ਸਰਕਾਰ ਲਗਾਨ ਦੇ ਰੂਪ ਵਿੱਚ ਲੈਂਦੀ ਸੀ। ਨਸਕ ਪ੍ਰਣਾਲੀ ਵਿੱਚ ਸਾਰੇ ਪਿੰਡ ਦੀ ਫਸਲ ਦਾ ਇਕੱਠਾ ਅੰਦਾਜ਼ਾ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ। ਆਓ ਮਿਲਾਨ ਕਰੀਏ। ਛੋਟਾ ਮਨਸਬਦਾਰ 10 ਸਿਪਾਹੀ। ਮਨਸਬਦਾਰ ਅਹੁਦਾ। ਮਨਸਬਦਾਰ ਦਾ ਸੰਬੰਧ ਬਾਦਸ਼ਾਹ ਦੇ ਨਾਲ। ਮਨਸਬਦਾਰ ਦਾ ਸੰਬੰਧ ਹੈਗਾ ਸਿਵਲ ਅਤੇ ਸੈਨਿਕ ਵਿਭਾਗ ਨਾਲ। ਅਤੇ ਮਨਸਬਦਾਰ ਦੀ ਨਿਯੁਕਤੀ ਦੀ ਸਿਫਾਰਸ਼ ਮੀਰ ਬਖਸ਼। ਉਮੀਦ ਹੈ ਤੁਹਾਨੂੰ ਇਹ ਲੈਸਨ ਪਸੰਦ ਆਇਆ ਹੋਊਗਾ। ਤੁਸੀਂ ਇਸ ਦੀ ਤਿਆਰੀ ਘਰ ਬੈਠ ਕੇ ਵੀ ਕਰਨੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।